कई तरह दियाँ आउंदियां ने रिक्वेस्ट आउंदी किसी दी लड़की फसी है जी किसी का वीज़ा है नहीं है लड़के फसे आ 4-4 महीने 6-6 महीने तो जी ना सैलरी है ना को खाण वास्ते हैगा जी फिर वो अबराज साहब नूं अप्रोच करते हैं। ਤੁਹਾਡੇ ਕੋਲ ਤੇ ਕਿਸ ਤਰ੍ਹਾਂ ਦੇ ਜਿਹੜੇ ਕੇਸ ਆਉਂਦੇ ਆ ਫਿਰ ਉਹਦੇ ਵਿੱਚੋਂ ਨਿਕਲ ਕੇ ਕੀ ਆਉਂਦਾ ਤੇ ਕੀ ਪ੍ਰੋਬਲਮਸ ਕਿਉਂ ਆਉਂਦੀਆਂ ਇੱਦਾਂ ਦੀਆਂ ਇੱਥੇ ਏਜੰਟ ਇੱਥੋਂ ਗਲਤ ਉਹਨਾਂ ਨੂੰ ਗਾਈਡ ਕਰਕੇ ਲੈ ਜਾਂਦੇ ਆ ਜੀ ਤੇ ਉੱਥੇ ਜਾ ਕੇ ਵਿਜ਼ਿਟ ਵੀਜ਼ਾ ਲੈ ਕੇ ਛੱਡ ਦਿੰਦੇ ਆ। ਨੌਜਵਾਨ ਲੜਕੇ ਲੜਕੀਆਂ ਨੂੰ ਜੇ ਗਾਈਡ ਕਰਨਾ ਹੋਵੇ ਜੇ ਖਾਸ ਕਰਕੇ ਅਰਬ ਦੇਸ਼ਾਂ ਜਾਂ ਦੁਬਈ ਦੇ ਵਿੱਚ ਜਾਣਾ ਹੋਵੇ ਤਾਂ ਉਹਨਾਂ ਨੂੰ ਕੀ ਕੀ ਧਿਆਨ ਰੱਖਣਾ ਚਾਹੀਦਾ ਤਾਂ ਜੋ ਮਿਸਗਾਈਡ ਨਾ ਹੋਣ ਸਮੱਸਿਆ 'ਚ ਪਹਿਲੀ ਗੱਲ ਆਣੇ ਹੀ ਨਾ। ਕਿੰਨੇ ਸਾਡੇ ਕੋਲ ਕੇਸ ਆਏ ਸੀਗੇ ਅਬਰਾਜ ਸਾਹਿਬ ਨੇ ਦਿੱਤੇ ਸੀਗੇ ਜੀ ਤੇ ਉਹਦੇ ਚੋਂ ਮੋਸਟਲੀ ਜਿਹੜੇ ਆ ਸਾਰੇ ਫੇਕ ਨਿਕਲੇ ਨੇ ਵੀਜ਼ੇ ਵੀ ਫੇਕ ਸੀਗੇ ਤੇ ਜਿਹੜੇ ਜੌਬ ਆਫਰ ਦਿੱਤੇ ਉਹ ਵੀ ਫੇਕ ਸੀਗੇ। ਇਹ ਜਿਹੜੀ ਤੁਸੀਂ ਮਦਦ ਹੈ ਜਿਸ ਤਰ੍ਹਾਂ ਕਰਦੇ ਆ ਇਹ ਸਿਰਫ ਆਪਣੀ ਕਮਿਊਨਿਟੀ ਨੂੰ ਜਾਂ ਸਿੱਖ ਕਮਿਊਨਿਟੀ ਜਾਂ ਪੰਜਾਬ ਜਾਂ ਇੰਡੀਅਨ ਨੂੰ ਕਰਦੇ ਆ ਜਾਂ ਹੋਰ ਵੱਖ-ਵੱਖ ਕੋਈ ਵੀ ਤੁਹਾਡੇ ਕੋਲ ਆ ਜਾਂਦਾ ਉਹਨੂੰ ਕਰ ਦਿੰਦੇ ਆ? ਕੋਈ ਵੀ ਕੰਟਰੀ ਦਾ ਹੋਵੇ ਕੋਈ ਵੀ ਰਿਲੀਜਨ ਆ ਇਹ ਨਹੀਂ ਹੈ ਕਿ ਸਿੱਖ ਵਾਸਤੇ ਹੈ ਜਾਂ ਕਿਸੇ ਵਾਸਤੇ ਸਾਡੀ ਸਿੱਖ ਕਮਿਊਨਿਟੀ ਵਾਸਤੇ ਆ। ਬੁਰਿਆਂ ਨੂੰ ਕਿਹਾ ਬਸਦੇ ਰਹੋ ਚੰਗਿਆਂ ਨੂੰ ਉਜੜ ਜਾਓ ਫਰਮਾਇਆ ਸਾਰੀ ਦੁਨੀਆ 'ਚ ਫੈਲ ਗਏ ਸਿੱਖ ਤੇਰੇ ਜਾ ਕੇ ਦੁਖੀਆਂ ਦਾ ਦੁੱਖ ਵੰਡਾਇਆ। ਗੁਰੂ ਸਾਹਿਬ ਦੇ ਸਿੱਖ ਗੁਰੂ ਸਾਹਿਬ ਦੇ ਫਲਸਫੇ ਨੂੰ ਲੈ ਕੇ ਜਿੱਥੇ ਵੀ ਗਏ ਆ ਉੱਥੇ ਨਾਲ ਰੱਖਿਆ ਸੇਵਾ ਤੇ ਸਿਮਰਨ ਚਾਹੇ ਜਿਸ ਵੀ ਆਸੇ ਨਾਲ ਗਏ ਹੋਣ ਚਾਹੇ ਉਜੜ ਕੇ ਸਿੱਖ ਕਿਤੇ ਗਿਆ ਹੋਵੇ ਚਾਹੇ ਰੋਜੀ ਰੋਟੀ ਲਈ ਗਿਆ ਹੋਵੇ ਜੇ ਅੱਜ ਪੂਰੀ ਦੁਨੀਆ ਦੇ ਵਿੱਚ ਸਿੱਖਇਜ਼ਮ ਜਾਂ ਸਿੱਖ ਫੈਲੇ ਹੋਏ ਆ ਗੁਰੂ ਨਾਨਕ ਸਾਹਿਬ ਦਾ ਫਲਸਫਾ ਫੈਲਿਆ ਤਾਂ ਇਸੇ ਅਸੀਸ ਨਾਲ ਫੈਲਿਆ ਤੇ ਉਹਨਾਂ ਦੇ ਸਿੱਖਾਂ ਨੇ ਉਹਨਾਂ ਦੇ ਅਨੁਮਾਈਆਂ ਨੇ ਵੀ ਜਿੱਥੇ ਵੀ ਗਏ ਜਿਸ ਹਾਲਤ 'ਚ ਵੀ ਗਏ ਤਾਂ ਉਹਨਾਂ ਨੇ ਜਿਹੜਾ ਆਪਣਾ ਲੰਗਰ ਦਾ ਜਿਹੜਾ ਕਨਸੈਪਟ ਹੈ ਉਹ ਨਹੀਂ ਛੱਡਿਆ ਸੇਵਾ ਦਾ ਕਨਸੈਪਟ ਨਹੀਂ ਛੱਡਿਆ ਚਾਹੇ ਦੁਨੀਆ 'ਚ ਸਿੱਖ ਕਿਸੇ ਵੀ ਕਿਤੇ ਵੀ ਵੱਸਦਾ ਹੋਵੇ ਤਾਂ ਉੱਥੇ ਗੁਰਦੁਆਰਾ ਜ਼ਰੂਰ ਹੈ ਲੰਗਰ ਜ਼ਰੂਰ ਜਿਹੜਾ ਚੱਲਦਾ ਆ ਬਾਕੀ ਸਿੱਖ ਦੀ ਸ਼ਰਨ 'ਚ ਕੋਈ ਵੀ ਆ ਜਾਂਦਾ ਤਾਂ ਉਹਦੀ ਜਿਹੜੀ ਫਰਿਆਦ ਸੁਣੀ ਜਾਂਦੀ ਹੈ ਪਰ ਕਈਆਂ ਸਿੱਖਾਂ ਤੇ ਕਈਆਂ ਮਨੁੱਖਾਂ ਤੇ ਗੁਰੂ ਸਾਹਿਬ ਦੀ ਕਿਰਪਾ ਤਾਂ ਇਹੋ ਜਿਹੀ ਵਰਤੀ ਹੈ ਤੇ ਕਿ ਉਹ ਮਹਾਨ ਬਣ ਉੱਠੇ। ਉਹਨਾਂ ਜੇ ਮਹਾਨ ਲੋਕਾਂ ਦੀ ਗੱਲ ਕਰੀਏ ਤਾਂ ਉਂਗਲੀਆਂ ਤੇ ਗਿਣੇ ਜਾਣ ਵਾਲੇ ਚੰਦ ਲੋਕਾਂ 'ਚੋਂ ਇੱਕ ਆਉਂਦੇ ਨੇ SP ਸਿੰਘ ਓਬਰਾਏ ਤੇ ਉਹਨਾਂ ਦੀ ਸੰਸਥਾ ਸਰਬੱਤ ਦਾ ਭਲਾ। ਇੱਕ ਸੰਸਥਾ ਵਰਗੇ ਇਨਸਾਨ ਦੀ ਗੱਲ ਅਸੀਂ ਅੱਜ ਕਰਨ ਜਾ ਰਹੇ ਹਾਂ ਉਸ ਇਨਸਾਨ ਨਾਲ ਜੁੜੇ ਹੋਏ ਲੋਕਾਂ ਦੀ ਗੱਲ ਕਰਨ ਜਾ ਰਹੇ ਜਿਨ੍ਹਾਂ ਨੇ ਮੋਢੇ ਨਾਲ ਮੋਢਾ ਤੇ ਉਹਨਾਂ ਦੇ ਹਰ ਕਹੀ ਹੋਈ ਗੱਲ ਤੇ ਜਿਹੜੇ ਫੁੱਲ ਚੜਾਏ ਆ ਉਹਨਾਂ ਚੋਂ ਇੱਕ ਸਾਡੇ ਨਾਲ ਮੌਜੂਦ ਨੇ ਭਾਈ ਬਲਦੀਪ ਸਿੰਘ ਜੀ ਚਾਹਲ। ਪਹਿਲਾਂ ਇਹਨਾਂ ਦਾ ਸਵਾਗਤ ਕਰ ਲੈਂਦੇ ਆ। ਚਾਹਲ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਜੀ ਆਪਣਾ। ਚਾਹਲ ਸਾਹਿਬ ਜਿਸ ਤਰ੍ਹਾਂ ਆਪਾਂ ਜਾਣਨਾ ਚਾਹਾਂਗੇ ਤੁਹਾਡੀ ਸੰਸਥਾ ਦੀ ਗੱਲ ਹੋਈ ਹੈ ਅਬਰਾਜ ਸਾਹਿਬ ਦੀ ਗੱਲ ਹੋਈ ਹੈ ਤੁਸੀਂ ਉਹਨਾਂ ਨਾਲ ਜੁੜੇ ਹੋਏ ਆ ਸ਼ੁਰੂ ਤੋਂ ਅਸੀਂ ਵੀ ਗੱਲ ਹੁਣ ਸ਼ੁਰੂ ਤੋਂ ਹੀ ਕਰਦੇ ਹਾਂ ਜਿਸ ਤਰ੍ਹਾਂ ਇਹ ਸੰਸਥਾ ਦੁਬਈ ਤੋਂ ਉੱਠੀ ਹੈ ਅਬਰਾਜ ਸਾਹਿਬ ਦੁਬਈ ਤੋਂ ਉੱਠੇ ਆ ਪਹਿਲਾਂ ਤਾਂ ਤੁਹਾਡੇ ਨਾਲ ਗੱਲ ਇਹ ਕਰਾਂਗੇ ਵੀ ਤੁਹਾਡਾ ਦੁਬਈ ਜਾਣ ਦਾ ਤੇ ਅਬਰਾਜ ਸਾਹਿਬ ਨਾਲ ਮੇਲ ਕਿਸ ਤਰ੍ਹਾਂ ਹੋਇਆ ਜੀ? ਮੈਂ ਜੀ 99 'ਚ ਅਪਲਾਈ ਕੀਤਾ ਸੀਗਾ ਦੁਬਈ ਜਾਣ ਵਾਸਤੇ ਜੀ ਤੇ ਅਬਰਾਜ ਸਾਹਿਬ ਨੇ ਉਦੋਂ ਹੋਟਲ ਸਟਾਰਟ ਕੀਤਾ ਸੀਗਾ ਜੀ ਤੇ ਉਹ ਹੀ ਮੇਰਾ ਫਸਟ ਜੌਬ ਸੀਗਾ ਅਬਰਾਜ ਸਾਹਿਬ ਨਾਲ ਜੀ ਤੇ 99 ਤੋਂ ਲੈ ਕੇ ਹੁਣ ਤੱਕ ਮੈਂ ਅਬਰਾਜ ਸਾਹਿਬ ਨਾਲ ਹੀ ਕੰਮ ਕਰ ਰਿਹਾ ਜੀ। ਤੇ ਹੋਟਲ ਦੇ ਵਿੱਚ ਕੀ ਜੌਬ ਕੀਤੀ ਜੀ ਪਹਿਲਾਂ ਜਾ ਕੇ? ਹੋਟਲ 'ਚ ਮੈਂ ਪਹਿਲਾਂ ਸਟਾਰਟਿੰਗ ਕੀਤੀ ਸਿਕਿਉਰਿਟੀ ਗਾਰਡ ਜੀ ਉਸ ਤੋਂ ਬਾਅਦ ਡਰਾਈਵਰ ਉਸ ਤੋਂ ਬਾਅਦ ਡਰਾਈਵਰ ਸੁਪਰਵਾਈਜ਼ਰ ਜੀ ਉਸ ਤੋਂ ਬਾਅਦ ਮੈਂ PRO ਦਾ ਕੰਮ ਕਰਨ ਲੱਗ ਪਿਆ। ਅੱਜ ਕੱਲ੍ਹ ਵੀ PRO ਦਾ ਸਾਰੀ ਕੰਪਨੀਆਂ ਦਾ PRO ਮੈਂ ਗਰੁੱਪ PRO ਜੀ ਤੇ ਬਾਕੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਆ ਜੀ ਜੋ ਸਰ ਫਿਰ ਸਾਨੂੰ ਆਰਡਰ ਕਰਦੇ ਉਸ ਹਿਸਾਬ ਨਾਲ ਅਸੀਂ ਕਰੀ ਜਾ ਰਹੇ ਹਾਂ ਕੰਮ ਜੀ। ਜਿੱਦਾਂ ਆਪਾਂ ਗੱਲ ਕੀਤੀ ਆ ਵੀ ਜਿਹੜਾ ਅਬਰਾਜ ਸਾਹਿਬ ਦਾ ਮਿਲ ਜਦੋਂ ਤੁਸੀਂ ਪਹਿਲੀ ਵਾਰ ਅਬਰਾਜ ਸਾਹਿਬ ਨੂੰ ਮਿਲੇ ਕਿੱਦਾਂ ਦਾ ਤੁਹਾਨੂੰ ਲੱਗਿਆ ਤੇ ਉਹਨਾਂ ਨਾਲ ਜੁੜ ਕੇ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਉਹ ਕਿੱਦਾਂ ਲੱਗਿਆ ਜੀ? ਦੇਖੋ ਪਹਿਲਾਂ ਤਾਂ ਜਦੋਂ ਮਿਲੇ ਸੀਗੇ ਜੀ ਉਦੋਂ ਵੀ ਅਸੀਂ ਘਰ ਵਾਂਗੂ ਇੱਕ ਫੈਮਿਲੀ ਵਾਂਗੂ ਗਏ ਸੀਗੇ ਜੀ ਤੇ ਉਸ ਤੋਂ ਲੈ ਕੇ ਹੁਣ ਤੱਕ ਅਸੀਂ ਇੱਕ ਫੈਮਿਲੀ ਦੇ ਤੌਰ ਤੇ ਹੀ ਕਰ ਰਹੇ ਹਾਂ ਕੰਮ ਜੀ ਤੇ ਜਦੋਂ ਦਾ ਵੀ ਕੀਤਾ ਵਾ ਬਹੁਤ ਹੀ ਅੱਛੇ ਇਨਸਾਨ ਨੇ ਬਹੁਤ ਸੇਵਾ ਕਰ ਰਹੇ ਆ ਜੀ ਉਹ ਤਾਂ
ਕਿਸੇ ਕਹਿਣ ਦੀ ਮੁਹਤਾਜ ਨਹੀਂ ਗੇ। ਨਹੀਂ ਚਲੋ ਉਹ ਦੇਖੋ ਜੀ, ਉਹ ਤਾਂ ਦੁਨੀਆ ਵਿੱਚ ਪ੍ਰਗਟ ਹੈ। ਅਸੀਂ ਚਾਹੁੰਦੇ ਵੀ ਜਿਹੜੇ ਉਹਨਾਂ ਨਾਲ ਜੁੜੇ ਹੋਏ ਆ, ਤੁਹਾਡੇ ਵਰਗੇ ਲੋਕ ਵੀ ਆ, ਕਿਉਂ ਇਕੱਲਾ ਅਨਸਾਰ ਕਦੀ ਕੁਝ ਨਹੀਂ ਕਰ ਸਕਦਾ ਹੁੰਦਾ। ਜਿਹੜੀ ਸੰਸਥਾ ਹੁੰਦੀ ਉਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਸਹਿਯੋਗ ਹੁੰਦਾ, ਤੁਹਾਡਾ ਵੀ ਵੱਡਾ ਹੈਗਾ। ਤੇ ਤੁਸੀਂ ਜਿਹੜੀ ਜੇ ਸਰਬੱਤ ਦੀ ਭਲਾ ਦੀ ਗੱਲ ਕਰ ਲਈਏ ਤਾਂ ਉਹਦੇ ਵਿੱਚ ਕਿਹੜੀਆਂ ਸੇਵਾਵਾਂ ਕਿਸ ਤਰ੍ਹਾਂ ਨਿਭਾਉਂਦੇ ਹੋ ਜੀ? ਸਰਬੱਤ ਦਾ ਭਲਾ ਦੇਖੋ, ਦੁਬਈ ਦੇ ਵਿੱਚ ਸਾਨੂੰ ਕਈ ਤਰ੍ਹਾਂ ਦੀਆਂ ਆਉਂਦੀਆਂ ਨੇ, ਰਿਕੁਐਸਟ ਆਉਂਦੀ, ਕਿਸੇ ਦੀ ਲੜਕੀ ਫਸੀ ਆ ਜੀ, ਕਿਸੇ ਦਾ ਵੀਜ਼ਾ ਹੈ ਨਹੀਂ ਆ, ਲੜਕੇ ਫਸੇ ਆ 4-4 ਮਹੀਨੇ 6-6 ਮਹੀਨੇ ਤੋਂ ਜੀ, ਨਾ ਸੈਲਰੀ ਆ, ਨਾ ਕੋ ਖਾਣ ਵਾਸਤੇ ਹੈਗਾ ਜੀ। ਫਿਰ ਉਹ ਅਬਰਾਏ ਸਾਹਿਬ ਨੂੰ ਅਪਰੋਚ ਕਰਦੇ ਨੇ ਜੀ, ਤੇ ਅਬਰਾਏ ਸਾਹਿਬ ਸਾਨੂੰ ਫਿਰ ਅੱਗੇ ਆਰਡਰ ਕਰਦੇ ਕਿ ਹਾਂ ਤੁਸੀਂ ਉਹਨਾਂ ਨੂੰ ਮਿਲੋ, ਜਾ ਕੇ ਜੀ ਪਤਾ ਕਰੋ ਕੀ ਉਹਨਾਂ ਦੀ ਕੰਡੀਸ਼ਨ ਕੀ ਆ। ਫਿਰ ਜਾ ਕੇ ਉਹਨਾਂ ਨਾਲ ਮਿਲੀਦਾ ਜੀ, ਫਿਰ ਉਹਨਾਂ ਨੂੰ ਪੁੱਛੀਦਾ, ਜੋ ਸਾਡੇ ਕੋਲ ਹੈਲਪ ਹੁੰਦੀ ਹੈ ਅਸੀਂ ਸੰਸਥਾ ਵੱਲੋਂ ਉਹਨਾਂ ਦਾ ਕਰੀਦਾ ਵਾ। ਵੀਜ਼ਾ ਵੀ ਭੇਜੇ ਆ, ਜੋ ਵੀਜ਼ੇ ਦਾ ਕਰ ਸਕਦੇ ਹਾਂ ਅਸੀਂ ਜੀ, ਉਹ ਕੌਂਸਲੇਟ ਦੇ ਥਰੂ, ਕੌਂਸਲੇਟ ਦੀ ਹੈਲਪ ਦੇ ਨਾਲ ਅਸੀਂ ਵਾਪਸ ਭੇਜਦੇ ਹਾਂ ਉਹਨਾਂ ਨੂੰ, ਆਪਣੇ ਕੋਲੋਂ ਟਿਕਟਾਂ ਦੇ ਕੇ ਅਬਰਾਏ ਸਾਹਿਬ ਕੋਲੋਂ ਜੀ। ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਇਹ ਸਮੱਸਿਆਵਾਂ ਉੱਥੇ ਆਉਂਦੀਆਂ ਨੇ, ਲੋਕ ਜਦੋਂ ਸਾਡੇ ਨਾਲ ਸੰਪਰਕ ਕਰਦੇ ਆ, ਫਿਰ ਅਸੀਂ ਉਹਨਾਂ ਦੀ ਜੋ ਵੀ ਸੰਭਵ ਮਦਦ ਹੋ ਸਕਦੀ, ਚਾਹੇ ਉਹ ਵੈਸੀ ਵੱਲੋਂ ਜਾਂ ਤੁਹਾਨੂੰ ਪੱਲਿਓਂ ਵੀ ਕਰਨੀ ਪੈਂਦੀ, ਕਿਉਂਕਿ ਅਬਰਾਏ ਸਾਹਿਬ ਬਾਰੇ ਜਾਣਿਆ ਜਾਂਦਾ ਵੀ ਉਹ ਪੱਲਿਓਂ ਹੀ ਕੋਈ ਡੋਨੇਸ਼ਨ ਨਹੀਂ ਲੈਂਦੇ ਆ। ਕੀ ਇਹ ਸੱਚ ਹੈ ਨਾ? ਨਹੀਂ ਜੀ, ਇਹ ਅੱਜ ਤੋਂ 2011 'ਚ ਜਦੋਂ ਸਰ ਨੇ ਕੀਤਾ ਸੀਗਾ ਪਹਿਲਾਂ 17 ਬੰਦਿਆਂ ਤੋਂ ਜੀ, ਉਦੋਂ ਤੋਂ ਸਟਾਰਟ ਕਰਕੇ ਹੁਣ ਤੱਕ ਉਹਨਾਂ ਨੇ ਕਿਸੇ ਕੋ ਪੈਸਾ ਤਾਂ ਬੜੀ ਦੂਰ ਦੀ ਗੱਲ ਹੈ ਜੀ, ਕਿਸੇ ਕੋ ਨਹੀਂ ਕਰਦੇ ਇਹ ਕੰਮ ਨਹੀਂ। ਜੋ ਵੀ ਕਰ ਰਹੇ ਆਪਣੀ ਆਮਦਨ ਦੇ ਵਿੱਚੋਂ ਜੋ ਵੀ ਕਰਦੇ ਆ, ਜੋ ਉਹਨਾਂ ਦਾ ਹੈਗਾ ਸੋਰਸ ਜੀ, ਉਹਦੇ ਵਿੱਚੋਂ ਕਰ ਰਹੇ ਸਾਰਾ, ਜੋ ਵੀ ਖਰਚਾ ਹੁੰਦਾ ਆਪ ਕਰਦੇ। ਇੱਕ ਸਵਾਲ ਇੱਥੇ ਹੋਰ ਵੀ ਪੈਦਾ ਹੁੰਦਾ, ਠੀਕ ਹੈ, ਅਬਰਾਏ ਸਾਹਿਬ ਦੇ ਕੋਲ ਬਹੁਤ ਸਾਰੀ ਸਰਮਾਇਆ ਹੋਏਗਾ, ਤੇ ਤੁਸੀਂ ਵੀ ਦੇਖਣਾ, ਤੁਸੀਂ ਦੁਬਈ ਵੀ ਰਹਿੰਦੇ ਹੋ, ਦੁਬਈ ਤਾਂ ਦੁਨੀਆ ਦੇ ਜਿਹੜੇ ਅਮੀਰ ਲੋਕ ਰਹਿੰਦੇ ਆ, ਤੇ ਤੁਸੀਂ ਵੀ ਦੇਖਿਆ ਹੋਣਾ ਬਹੁਤ ਸਾਰਾ ਲੋਕਾਂ ਕੋਲ ਪੈਸਾ ਵੀ ਹੈਗਾ, ਤੇ ਫਿਰ ਜਿਹੜਾ ਇੰਨਾ ਕੁਛ ਕਿਸ ਤਰ੍ਹਾਂ ਤੁਸੀਂ ਕਰ ਪਾਉਂਦੇ ਹੋ ਜੀ? ਇਹ ਤਾਂ ਅਬਰਾਏ ਸਾਹਿਬ ਦਾ ਵੱਡਾ ਜਿਗਰ ਆ ਜੀ, ਜਿਹੜਾ ਕਰਦੇ ਆ। ਇੱਦਾਂ ਕਰਨਾ ਹਰ ਕਿਸੇ ਦੇ ਵੱਸ ਦੀ ਨਹੀਂ, ਕੋਈ ਪੈਸਾ ਹੋਰ ਵੀ ਹੋਊਗਾ ਜ਼ਿਆਦਾ ਜੀ, ਮਗਰ ਪੈਸਾ ਕੱਢਣਾ ਜੇਬ ਦੇ ਵਿੱਚੋਂ ਉਹ ਅਬਰਾਏ ਸਾਹਿਬ ਦਾ ਹੀ ਦਿਲ ਆ, ਜਿਹੜਾ ਇੰਦ ਦਰਿਆ ਦਿਲ ਆ, ਜਿਹੜਾ ਕਰ ਰਹੇ ਆ। ਇੰਡੀਆ 'ਚ ਵੀ ਕਰ ਰਹੇ ਨੇ, ਜੋ ਇਹਦੇ ਵਿੱਚ ਵੀ ਕਰ ਰਹੇ ਆ ਜੀ। ਨਹੀਂ ਹੁਣ ਜਿੱਦਾਂ ਤੁਸੀਂ ਵੀ ਅਬਰਾਏ ਸਾਹਿਬ ਨਾਲ, ਤੁਸੀਂ ਤਾਂ ਐਜ ਏ ਜੋਬ ਉਹਨਾਂ ਕੋਲ ਗਏ ਸੀਗੇ, ਛੋਟੀ ਗਏ ਆਪ ਤਰੱਕੀ ਕਰਦੇ ਆਪਣੇ ਇੱਥੇ ਪਹੁੰਚ ਗਏ। ਉਸ ਤੋਂ ਬਾਅਦ ਜਦੋਂ ਤੁਹਾਨੂੰ ਕੋਈ ਐਕਸਟਰਾ ਇੱਦਾਂ ਕੰਮ ਕਰਨਾ ਪੈਂਦਾ ਤਾਂ ਤੁਹਾਨੂੰ ਫਿਰ ਔਖਾ ਨਹੀਂ ਲੱਗਦਾ ਜੀ ਇੱਥੇ? ਨਹੀਂ ਜੀ, ਆਪਾਂ ਔਖੇ ਵਾਲਾ ਤਾਂ ਨਹੀਂ ਸਾਨੂੰ ਕੋਈ, ਮਗਰ ਜੋ ਆਰਡਰ ਕਰਦੇ ਅਸੀਂ ਕਰਦੇ ਹਾਂ ਜੀ। ਜੋ ਉਹਨਾਂ ਨੂੰ ਹੁੰਦਾ ਵਾ ਕਿ ਪਹਿਲਾਂ ਉਹ ਇਨਕੁਆਇਰੀ ਕਰਦੇ ਆ ਕਿ ਅਸੀਂ ਕਰਦੇ ਆ, ਉਹ ਕਰ ਸਕਦੇ ਹਾਂ ਜੀ। ਜਿੱਦਾਂ ਆਪਾਂ ਨੂੰ ਕੋਈ ਡਰੱਗਸ ਵਾਲਾ ਕੇਸ ਆ, ਅਸੀਂ ਉਹਨੂੰ ਨਹੀਂ ਕਰਦੇ, ਦਾਰੂ ਵਾਲਾ ਕੇਸ ਆ ਅਸੀਂ ਨਹੀਂ ਕਰਦੇ, ਕੋਈ ਰੇਪ ਇਸ ਤਰ੍ਹਾਂ ਇਹ ਚੀਜ਼ਾਂ ਦੇ ਅਸੀਂ ਨਹੀਂ, ਲੜਕੀ ਦੇ ਕੋਈ ਚੱਕਰ ਜਿਹਾ ਹੈਗਾ ਉਹ ਅਸੀਂ ਕੇਸ ਨਹੀਂ ਲੈਂਦੇ। ਬਾਕੀ ਜੋ ਅਬਰਾਏ ਸਾਹਿਬ ਕਹਿੰਦੇ ਉਹ ਕਰੀਦਾ ਜੀ। ਇਹ ਵੀ ਆਪਾਂ ਜਾਣਨਾ ਚਾਹਾਂਗੇ ਕਿ ਤੁਹਾਡੇ ਕੋਲ ਉੱਥੇ ਕਿਸ ਤਰ੍ਹਾਂ ਦੇ ਜਿਹੜੇ ਕੇਸ ਆਉਂਦੇ ਆ, ਫਿਰ ਉਹਦੇ ਵਿੱਚੋਂ ਨਿਕਲ ਕੇ ਕੀ ਆਉਂਦਾ, ਤੇ ਕੀ ਪ੍ਰੋਬਲਮਸ ਕਿਉਂ ਆਉਂਦੀਆਂ ਇੱਦਾਂ ਦੀਆਂ ਜੀ ਉੱਥੇ? ਇੱਥੋਂ ਜੀ ਬਿਨਾਂ ਇੱਥੋਂ ਇੱਕ ਤਾਂ ਵੱਡਾ ਏਜੰਟਾਂ ਦਾ ਹੈਗਾ ਜੀ, ਏਜੰਟ ਇੱਥੋਂ ਗਲਤ ਉਹਨਾਂ ਨੂੰ ਗਾਈਡ ਕਰਕੇ ਲੈ ਜਾਂਦੇ ਆ ਜੀ, ਤੇ ਉੱਥੇ ਜਾ ਕੇ ਵਿਜ਼ਿਟ ਵੀਜ਼ਾ ਲੈ ਕੇ ਛੱਡ ਦਿੰਦੇ ਆ ਜੀ। ਕੁਛ ਬੰਦੇ ਆ ਉਹਨਾਂ ਨੂੰ ਇੱਕ ਅੱਜ ਤੋਂ ਕਹਿ ਰਹੇ ਕਿ ਅਸੀਂ ਤੁਹਾਨੂੰ ਇੰਪਲੋਇਮੈਂਟ ਜੋਬ ਦੇਵਾਂਗੇ, ਕੰਪਨੀ ਨਾਲ ਸਾਡੀ ਗੱਲ ਹੋ ਗਈ ਆ, ਉਹ ਕਰ ਰਹੇ ਆ, ਉਹ 6 ਮਹੀਨੇ ਨਿਕਲ ਜਾਂਦੇ, ਓਵਰ ਸਟੇ ਹੋ ਜਾਂਦਾ ਜੀ। ਓਵਰ ਸਟੇ ਤੋਂ ਬਾਅਦ ਉਹਦੇ ਕੋਲ ਬੰਦੇ ਕੋਲ ਪੈਸੇ ਨਹੀਂ ਹੁੰਦੇ ਜੀ, ਨਾ ਤਾਂ ਉਹ ਘਰ ਵਾਪਸ ਆ ਸਕਦਾ, ਨਾ ਉੱਥੇ ਰਹਿ ਸਕਦਾ ਜੀ। ਫਿਰ ਉਹ ਲਾਸਟ 'ਤੇ ਉਹ ਅਬਰਾਏ ਸਾਹਿਬ ਨਾਲ ਮਿਲਦੇ ਆ ਕਿ ਹਾਂ ਸਾਡੀ ਹੈਲਪ ਕਰੋ ਜੀ, ਤੇ ਫਿਰ ਅਬਰਾਏ ਸਾਹਿਬ ਜੋ ਸਾਨੂੰ ਦਿੰਦੇ ਆ ਇੰਸਟਰਕਸ਼ਨ, ਉਸ ਹਿਸਾਬ ਨਾਲ ਹੀ ਉਹਨਾਂ ਨੂੰ ਦੇਖੀਦਾ ਉਹਨਾਂ ਨਾਲ ਕੀ ਕਰ ਸਕਦੇ ਆ ਜੀ। ਤੋ ਇਮੀਗ੍ਰੇਸ਼ਨ ਦਾ ਹੁੰਦਾ, ਇਮੀਗ੍ਰੇਸ਼ਨ ਤੋਂ ਵੀਜ਼ਾ ਕੈਂਸਲ ਕਰਾਉਣਾ, ਉਹਦਾ ਆਊਟ ਪਾਸ ਬਣਾਉਣਾ, ਟਿਕਟ ਲੈਣੀ ਜੀ, ਉਹ ਸਾਰਾ ਅਬਰਾਏ ਸਾਹਿਬ ਦੇ ਖਰਚੇ 'ਤੇ ਹੀ ਆਉਂਦਾ। ਇਹ ਜਿਸ ਤਰ੍ਹਾਂ ਤੁਸੀਂ ਕੀਤਾ, ਜਿਹੜੇ ਏਜੰਟ ਹੈ ਉਹ ਮਿਸਗਾਈਡ ਕਰਕੇ ਲੈ ਜਾਂਦੇ ਆ, ਕਹਿੰਦੇ ਕੁਛ ਆ ਉੱਥੇ ਕੁਛ ਨਿਕਲਦਾ, ਫਿਰ ਜਿਹੜੀਆਂ ਉੱਥੇ ਦੇ ਰੂਲ ਐਂਡ ਰੈਗੂਲੇਸ਼ਨ ਆ ਉਹਨਾਂ ਦੇਸ਼ਾਂ ਦੇ, ਉਹਦੇ ਹਿਸਾਬ ਨਾਲ ਬੰਦਾ ਅਨਲੀਗਲ ਹੋ ਜਾਂਦਾ, ਉਹ ਲੀਗਲੀ ਫਿਰ ਤੁਸੀਂ ਉਹਨਾਂ ਦਾ ਅਪਰੋਚ ਕਰਦੇ ਹੋ ਅਤੇ ਫਾਈਨੈਂਸ਼ੀਅਲੀ ਜਿਹੜੀ ਮਦਦ ਕਰਦੇ ਆ, ਫਿਰ ਜਿਸ ਤਰ੍ਹਾਂ ਵੀ ਲੋੜ ਹੁੰਦੀ ਪਈ। ਜਿਸ ਤਰ੍ਹਾਂ ਇਹ ਤੁਸੀਂ ਲੜਕੀਆਂ ਦੀ ਗੱਲ ਕੀਤੀ, ਦੇਖਣ 'ਚ ਆਇਆ ਵੀ ਲੜਕੀਆਂ ਵੀ ਬਹੁਤ ਸਾਰਾ ਇੱਦਾਂ ਦੇ ਏਜੰਟਾਂ ਦੇ ਧੋਖੇ ਦਾ ਜਿਹੜਾ ਸ਼ਿਕਾਰ ਹੋ ਜਾਂਦੀਆਂ, ਇੱਦਾਂ ਦੇ ਕੇਸ ਵੀ ਤੁਹਾਨੂੰ ਮਿਲਦੇ ਨੇ ਜੀ ਉੱਥੇ? ਹਾਂਜੀ ਮਿਲਦੇ ਆ ਜੀ, ਉਹ ਵੀ ਅਸੀਂ ਭੇਜੀਆਂ ਕਿੰਨੀਆਂ ਲੜਕੀਆਂ ਅੱਜ ਤੱਕ, ਹੁਣ ਤੱਕ ਮਤਲਬ 17 ਤੋਂ 20 ਦੇ ਵਿੱਚ ਆਪਾਂ ਲੜਕੀਆਂ ਭੇਜ ਚੁੱਕੇ ਹਾਂ ਜੀ। ਉਹਨਾਂ ਦੇ ਪੈਸੇ ਵੀ ਪੇ ਕੀਤੇ ਨੇ, 4-4 ਹਜ਼ਾਰ ਦਰਾਮ ਉੱਥੇ ਦਾ ਜੀ, ਉਹ ਵੀ ਇੱਕ ਲੜਕੀ ਦਾ ਜੀ, ਤੇ ਸਾਡੇ ਕੋਲੋਂ ਉਹ ਵੀ ਅਬਰਾਏ ਸਾਹਿਬ ਨੇ ਪੂਰਾ ਖਰਚਾ ਕੀਤਾ ਜੀ।
ਪੈਸੇ ਵੀ ਭਰੇ ਜੀ ਜੀ ਉਹਨਾਂ ਦੇ ਪਾਸਪੋਰਟ ਵੀ ਅਸੀਂ ਲਏ ਏਜੰਟ ਦੇ ਕੋਲੋਂ, ਜਿਹੜੇ ਅੱਗੇ ਉਹਨਾਂ ਨੇ ਵੇਚਿਆ ਸੀਗਾ ਜੀ। ਫਿਰ ਉਹਨਾਂ ਦੀਆਂ 에ਅਰ ਟਿਕਟ ਵੀ ਦਿੱਤੀਆਂ ਜੀ, ਮੈਡੀਕਲ ਕਰਾ ਕੇ ਸਾਰਾ ਉਹ ਬਰਾਜ ਸਾਹਿਬ ਨੇ ਕੀਤਾ ਜੀ। ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇੱਕ ਸ਼ਬਦ ਵਰਤਿਆ ਵੀ ਅੱਗੇ ਵੇਚਿਆ, ਇਹਦਾ ਮਤਲਬ ਕੀ ਆ ਵੀ ਉੱਥੇ ਲੜਕੀਆਂ ਨਾਲ ਕਿਸ ਤਰ੍ਹਾਂ ਕਹਿ ਕੇ ਲਿਆ ਜਾਂਦਾ ਤੇ ਉੱਥੇ ਕੀ ਕਰਾਇਆ ਕੀ ਜਾਂਦਾ ਜੀ ਉਹਨਾਂ ਤੋਂ? ਉੱਥੇ ਇੱਥੋਂ ਜੀ ਏਜੰਟ ਆ ਇੱਥੇ ਕਹਿ ਕੇ ਜਾਂਦੇ ਕਿ ਤੁਹਾਨੂੰ ਰਿਸੈਪਸ਼ਨਿਸਟ ਲੈ ਕੇ ਜਾਵਾਂਗੇ, ਤੁਹਾਨੂੰ ਦੂਸਰੀ ਕੋਈ ਜੌਬ ਤੇ ਲੈ ਕੇ ਜਾਵਾਂਗੇ ਅੱਛੀ ਤੇ ਜੀ ਟਾਈਪਿੰਗ ਵਾਸਤੇ। ਉੱਥੇ ਜਾ ਕੇ ਫਿਰ ਉਹ ਹਾਊਸਮੇਟ ਦਾ ਜਾਂ ਇੱਧਰੋਂ ਮੇਡ ਦਾ ਕੰਮ ਕਰਾਉਂਦੇ ਆ ਜੀ ਉਹਦਾ ਜੀ। ਤੇ ਉਹ ਕੁਝ ਲੜਕੀਆਂ ਹੁੰਦੀਆਂ ਜਿਹੜੇ ਕਰਨ ਵਾਲੀਆਂ ਜਦ ਕਰ ਲੈਂਦੀਆਂ ਜੀ। ਜ਼ਿਆਦਾਤਰ ਲੜਕੀਆਂ ਉਹ ਕਹਿੰਦੀਆਂ ਕਿ ਅਸੀਂ ਮੇਡ ਦਾ ਕੰਮ ਨਹੀਂ ਕਰ ਸਕਦੇ ਜੀ। ਉਹ ਫਿਰ ਉਹਨਾਂ ਨੇ ਜਿਹੜੇ ਬੰਦੇ ਨੇ ਉਹਨਾਂ ਦੇ ਪੈਸੇ ਲਾਏ ਆ ਜੀ, ਜਿਹਨੇ ਲਿਆ ਅੱਗੇ ਏਜੰਟ ਨੇ ਦੂਸਰੇ ਏਜੰਟ ਨੂੰ ਦਿੱਤਾ, ਜੀ, ਉਹ ਕਹਿ ਰਹੇ ਆ ਕਿ ਸਾਨੂੰ ਜਿੰਨਾ ਪੈਸਾ ਸਾਡਾ ਲੱਗਿਆ ਉਹਨਾਂ ਤੁਸੀਂ ਦੇ ਦਿਓ ਤੇ ਅਸੀਂ ਪਾਸਪੋਰਟ ਇਹਨਾਂ ਦਾ ਹੈਂਡਓਵਰ ਤੁਹਾਨੂੰ ਦੇ ਦਾਂਗੇ। ਜੀ। ਤੇ ਉਹ ਫਿਰ ਅਬਰਾਏ ਸਾਹਿਬ ਨੂੰ ਉਹ ਪੈਸੇ ਪੇ ਕਰਦੇ ਆ ਉਹਨਾਂ ਦੇ ਜਿੰਨਾ ਖਰਚਾ ਹੋਇਆ ਹੁੰਦਾ ਜੀ, ਤੇ ਉਹ ਲੀਗਲੀ ਕਰਨ ਵਾਸਤੇ, ਤੇ ਉਹ ਪੈਸਾ ਦੇ ਕੇ ਫਿਰ ਉਹਨਾਂ ਦਾ ਕੈਂਸਲ ਕਰਾ ਕੇ ਜੋ ਵੀ ਸਾਡੇ ਕੋਲ ਹੁੰਦਾ ਲੀਗਲੀ ਕਰਾਉਂਦੇ ਆ ਅਸੀਂ ਜੀ। ਤੇ ਉਹ ਅਬਰਾਏ ਸਾਹਿਬ ਹੀ ਕਰਾਉਂਦੇ ਜੀ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਜਿਹੜੇ ਇਹ ਲੜਕੀਆਂ ਵੀ ਜਾਂਦੀਆਂ ਜਾਂ ਲੜਕੇ ਵੀ ਖਾਸ ਤੌਰ ਤੇ ਵੀ ਜਿਹੜੇ ਜਾਂਦੇ ਆ ਵੀ ਉਹ ਕੰਮ ਨਾ ਕਰਨ ਕਰਕੇ ਸਮੱਸਿਆ 'ਚ ਫਸ ਜਾਂਦੇ, ਜਾਂ ਇੱਧਰਲੇ ਕਲਚਰ ਦਾ ਤੇ ਉੱਧਰਲੇ ਕਲਚਰ ਦਾ ਫਰਕ ਹੋਣ ਕਰਕੇ ਸਮੱਸਿਆ ਆ ਜਾਂਦੀ ਹੈ ਜੀ? ਇਹ ਲੜਕੀਆਂ ਵਾਸਤੇ ਤਾਂ ਕਲਚਰ ਦਾ ਵੀ ਹੋ ਜਾਂਦਾ, ਇੱਕ ਕੰਮ ਇੱਥੇ ਨਹੀਂ ਕਰਦੀਆਂ ਘਰ ਦੇ ਜਾਂ ਇੱਥੇ ਨਹੀਂ ਕਰ ਸਕਦੀਆਂ ਜੀ। ਤੇ ਇੱਥੋਂ ਏਜੰਟ ਉਹਨਾਂ ਨੂੰ ਕੁਝ ਹੋਰ ਕਹਿ ਕੇ ਜਾਂਦਾ, ਉੱਥੇ ਕਹਿ ਕੇ ਹੋਰ ਫਸਾ ਦਿੰਦੇ ਆ ਜੀ। ਤੇ ਫਿਰ ਉਹ ਕੁੜੀਆਂ 1 ਮਹੀਨਾ 15 ਦਿਨ 20 ਦਿਨ ਕਰਨਗੀਆਂ ਘਰ, ਜੀ। ਫਿਰ ਉਹ ਭੱਜਦੀਆਂ ਕਿ ਅਨਲੀਗਲੀ ਹੋ ਜਾਂਦੀਆਂ, ਉੱਥੋਂ ਜੀ। ਦੂਸਰੇ ਏਜੰਟ ਕੋਲ ਚਲੇ ਜਾਂਦੀਆਂ ਨੇ, ਜਾਂ ਉਹ ਇਹ ਪ੍ਰੋਬਲਮ ਆਉਂਦੀ ਹੈ ਜੀ। ਕਿਉਂਕਿ ਜਿੱਦਾਂ ਮੈਨੂੰ ਲੱਗਦਾ ਵੀ ਜਿੱਦਾਂ ਆਪਣਾ ਪੰਜਾਬ ਦਾ ਕਲਚਰ ਹੈ ਜ਼ਿਆਦਾਤਰ ਵੈਜ ਕਲਚਰ ਹੈਗਾ ਆ, ਪਰਿਵਾਰ ਖਾਸ ਕਰਕੇ ਜਿਹੜੀਆਂ ਲੜਕੀਆਂ ਤੇ ਔਰਤਾਂ, ਤੇ ਜਿੱਦਾਂ ਦੁਬਈ ਮੁਸਲਿਮ ਕੰਟਰੀ ਹੋਣ ਕਰਕੇ ਉੱਥੇ ਜਿਹੜਾ ਨੌਨ ਵੈਜ ਦਾ ਜ਼ਿਆਦਾ ਚੱਲਣ ਹੋਣ ਕਰਕੇ, ਉਹਨਾਂ ਘਰਾਂ 'ਚ ਜ਼ਿਆਦਾ ਬਰਤਨ ਹੋਣ ਕਰਕੇ ਉਹ ਵੀ ਉਹਨਾਂ ਨੂੰ ਪ੍ਰੋਬਲਮ ਜਿਹੜੀ ਆਉਂਦੀ ਹੋਣੀ ਹੈ ਜੀ। ਨਹੀਂ ਜੀ, ਇਸ ਦਾ ਤੇ ਇਹ ਤਾਂ ਨਹੀਂ ਹੈਗੀ ਸਾਡੇ ਕੋਲ ਹਾਲੇ ਤੱਕ ਕੋਈ, ਮਗਰ ਕੁਝ ਮੋਸਟਲੀ ਇੰਡੀਅਨ ਫੈਮਿਲੀ ਨੂੰ ਹੀ ਉਹ ਲੈ ਕੇ ਜਾਂਦੇ ਜਿਹੜੇ ਏਜੰਟ ਨੇ ਜੀ। ਉਹ ਜਿਹੜਾ ਇੰਡੀਅਨ ਫੈਮਿਲੀ ਨੂੰ ਹੀ ਉਹ ਅੱਗੇ ਕਰਦੇ ਆ, ਜਿਹੜੇ ਲੈ ਕੇ ਜਾਂਦੇ ਆ। ਤਾਂ ਉਹ ਇੰਡੀਅਨ ਫੈਮਿਲੀ ਕੋ ਹੁੰਦਾ, ਉਹਦੇ ਬਾਰੇ ਤਾਂ ਨੌਨ ਵੇਜ ਜਾਂ ਕਹਿ ਨਹੀਂ ਸਕਦੇ ਅਸੀਂ। ਇਹ ਵੈਸੇ ਜੇ ਤੁਸੀਂ ਆਪਾਂ ਜੇ ਕਹੀਏ ਤਾਂ ਨੌਜਵਾਨ ਲੜਕੇ ਲੜਕੀਆਂ ਨੂੰ ਜੇ ਗਾਈਡ ਕਰਨਾ ਹੋਵੇ, ਜੇ ਖਾਸ ਕਰਕੇ ਅਰਬ ਦੇਸ਼ਾਂ ਜਾਂ ਦੁਬਈ ਦੇ ਵਿੱਚ ਜਾਣਾ ਹੋਵੇ, ਤਾਂ ਉਹਨਾਂ ਨੂੰ ਕੀ ਕੀ ਧਿਆਨ ਰੱਖਣਾ ਚਾਹੀਦਾ ਤਾਂ ਜੋ ਮਿਸਗਾਈਡ ਨਾ ਹੋਣ, ਸਮੱਸਿਆ 'ਚ ਪਹਿਲੀ ਗੱਲ ਆਣੇ ਹੀ ਨਾ, ਤਾਂ ਜੋ ਇਦਾਂ ਦੀ ਸਮੱਸਿਆ, ਚਲੋ ਤੁਸੀਂ ਬੇਸ਼ੱਕ ਉੱਥੇ ਬੈਠੇ ਹੋ ਪਰ ਜੇ ਪਹਿਲਾਂ ਹੀ ਇਦਾਂ ਦੀ ਕੋਈ ਇਨਕੁਆਇਰੀ ਕਰਕੇ ਜਾਇਆ ਜਾਵੇ ਤਾਂ ਠੀਕ ਹੈ। ਉਹ ਅਬਰਾਏ ਸਾਹਿਬ ਨੇ ਬਹੁਤ ਵਾਰ ਲਾਈਵ ਹੋ ਕੇ ਵੀ ਦੱਸਿਆ। ਬਾਕੀ ਸਾਰਿਆਂ ਨੂੰ ਇੱਥੇ ਗਾਈਡਨ ਆਪਣਾ ਪਟਿਆਲੇ ਆਫਿਸ ਦਾ ਨੰਬਰ ਦਿੱਤਾ ਜੀ ਸਾਰਿਆਂ ਨੂੰ, ਇੰਟਰਨੈਟ ਤੇ ਵੀ ਹੈਗਾ, ਤੁਸੀਂ ਗੂਗਲ ਤੇ ਮਾਰੋ ਅਬਰਾਏ ਸਾਹਿਬ ਦਾ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ, ਉੱਤੇ ਸਾਰੇ ਨੰਬਰ ਹੈਗੇ ਆ ਜੀ, ਇੰਡੀਆ ਦੇ UAE ਦੇ ਨੰਬਰ ਅਬਰਾਏ ਸਾਹਿਬ ਦੇ। ਤੇ ਉਹ ਸਾਰੀਆਂ ਫੈਮਲੀਆਂ ਜਿਹੜੀਆਂ ਅਪਰੋਚ ਉਹਦੇ ਤੇ ਹੀ ਕਰਦੀਆਂ ਨੇ। ਬਾਕੀ ਉਹਨਾਂ ਨੂੰ ਜਿੰਨਾ ਜਾਣ ਤੋਂ ਪਹਿਲਾਂ ਵੀ ਅਬਰਾਏ ਸਾਹਿਬ ਨੇ ਕਿਹਾ ਕਿ ਤੁਸੀਂ ਪਹਿਲਾਂ ਸਾਨੂੰ ਵੀਜ਼ਾ ਦਿਖਾਓ, ਅਸੀਂ ਚੈੱਕ ਕਰਕੇ ਦੇਵਾਂਗੇ ਤੁਹਾਨੂੰ ਵੀਜ਼ਾ ਅਸਲੀ ਆ ਨਕਲੀ ਆ ਕੀ ਕਰ ਰਹੇ ਆ। ਤੇ ਉਹ ਹੁਣ ਕਿੰਨੇ ਸਾਡੇ ਕੋਲ ਕੇਸ ਆਏ ਸੀਗੇ ਅਬਰਾਏ ਸਾਹਿਬ ਨੇ ਦਿੱਤੇ ਸੀਗੇ, ਤੇ ਉਹਦੇ ਚੋਂ ਮੋਸਟਲੀ ਜਿਹੜੇ ਆ ਸਾਰੇ ਫੇਕ ਨਿਕਲੇ ਨੇ, ਵੀਜ਼ੇ ਵੀ ਫੇਕ ਸੀਗੇ ਤੇ ਜਿਹੜੇ ਜੌਬ ਆਫਰ ਦਿੱਤੇ ਉਹ ਵੀ ਫੇਕ ਸੀਗੇ। ਤੇ ਇਸ ਕਰਕੇ ਅਸੀਂ ਕਹਿੰਦੇ ਵੀ ਅਬਰਾਏ ਸਾਹਿਬ ਨਾਲ ਪਹਿਲਾਂ ਜਾਣ ਤੋਂ ਪਹਿਲਾਂ ਉਹਨਾਂ ਨਾਲ ਕੰਟੈਕਟ ਕਰ ਲਓ ਤੇ ਪਹਿਲਾਂ ਇਨਕੁਆਇਰੀ ਕਰ ਲੈਣ ਕਿ ਕੀ ਹੈ ਇਹਦੇ ਪਿੱਛੇ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਜਿਹੜੇ ਨੌਜਵਾਨ ਲੜਕੇ ਲੜਕੀਆਂ ਜੌਬ ਵਾਸਤੇ ਜਦੋਂ ਜਾਂਦੀਆਂ ਨੇ ਤੇ ਜਦੋਂ ਉਹਨਾਂ ਨੂੰ ਪ੍ਰੋਬਲਮ ਆ ਜਾਂਦੀ ਹੈ ਏਜੰਟਾਂ ਦੇ ਮਿਸਗਾਈਡ ਤੋਂ ਬਾਅਦ, ਉਹ ਜਿਹੜੀ ਸਮੱਸਿਆ, ਤਾਂ ਇਸ ਤੋਂ ਇਲਾਵਾ ਜਿਹੜੀ ਜੇ ਆਪਾਂ ਦੇਖੀਏ ਤਾਂ ਵੀ ਜਿਹੜੀ ਸਮੱਸਿਆ ਹੈਗੀ ਆ ਵੀ ਜਿਹੜੀ ਖਾਸ ਕਰਕੇ ਉਸ ਤੋਂ ਬਾਅਦ ਜਿਹੜੇ ਜਦੋਂ ਮੰਨ ਲਓ ਜੌਬ ਉੱਥੇ ਕਰਨ ਵੀ ਲੱਗ ਪੈਂਦਾ, ਜਿਸ ਤਰ੍ਹਾਂ ਬਲੱਡ ਮਨੀ ਦੀ ਤੁਸੀਂ ਕੇਸਾਂ ਦੀ ਗੱਲ ਕਰਤੀ ਵੀ ਇਸ ਤਰ੍ਹਾਂ ਹੁੰਦੇ, ਤਾਂ ਖਾਸ ਕਰਕੇ ਜਿੱਦਾਂ ਹੁਣ ਜਦੋਂ ਬੰਦਾ ਉੱਥੇ ਰਹਿੰਦਾ ਆ ਕਮਾਉਂਦਾ ਆ ਤਾਂ ਉਹਨੂੰ ਬੜੀ ਸਾਰੀਆਂ ਇੰਜਰੀ ਵੀ ਹੋ ਜਾਂਦੀਆਂ, ਜ਼ਖਮੀ ਹੋ ਜਾਂਦਾ, ਡੈਮੇਜ ਹੋ ਜਾਂਦਾ, ਇੱਥੇ ਤੱਕ ਕਿ ਬੰਦੇ ਦੀ ਮੌਤ ਵੀ ਹੋ ਜਾਂਦੀ ਹੈ। ਉਹ ਵੀ ਕਿਉਂਕਿ ਦੇਸ਼ ਪਰਾਇਆ ਤਾਂ ਦੇਸ਼ ਪਰਾਇਆ, ਕਿਉਂਕਿ ਅਸੀਂ ਦੇਖਦੇ ਹਾਂ ਤੁਸੀਂ ਜਿਹੜੀਆਂ ਡੈੱਡ ਬੋਡੀਆਂ ਵੀ ਬਹੁਤ ਮੰਗਾਉਂਦੇ ਆ, ਲੋਕਾਂ ਨੂੰ ਮੁਸ਼ਕਿਲ ਆਉਂਦੀ ਹੈ, ਕਿੰਨੇ ਦਿਨ ਲੱਗ ਜਾਂਦੇ ਡੈੱਡ। ਉਹ ਫਿਰ ਕਿਸ ਤਰ੍ਹਾਂ ਹੁੰਦਾ ਤਾਂ ਕਿਹੜੇ ਕੇਸ ਤੁਹਾਡੇ ਕੋਲ ਉਹ ਜਿਹੜੇ ਡੈੱਡ ਬੋਡੀਆਂ ਦੇ ਆਉਂਦੇ ਕਿਸ ਤਰ੍ਹਾਂ ਕਰਦੇ ਹੋ ਜੀ ਫਿਰ? ਉਹ ਇਹ ਜੀ ਡੈੱਡ ਬੋਡੀ ਦਾ ਜਿੱਦਾਂ ਡੈਥ ਹੋ ਜਾਂਦੀ ਹੈ, ਕੁਝ ਕੰਪਨੀਆਂ ਨੇ ਕੁਝ ਬੰਦੇ ਹੈਗੇ ਆ ਜਿਹੜੇ ਕੰਪਨੀ 'ਚ ਕਰ ਰਹੇ ਆ, ਤੇ ਉਹਨਾਂ ਨੂੰ ਕੋਈ ਫਾਈਨੈਂਸ਼ਲੀ ਪ੍ਰੋਬਲਮ ਆਉਂਦੀ ਹੈ ਤੇ ਉਹ ਨਹੀਂ ਕਰ ਸਕਦੇ ਜੀ, ਤੇ ਕੁਝ ਬੰਦੇ ਆਪਣੇ ਲੀਗਲੀ ਵੀ ਰਹਿ ਰਹੇ ਆ, ਕੁਝ ਅਨਲੀਗਲੀ ਆ ਜੀ, ਤੇ ਉਹਨਾਂ ਦੇ ਕਰਕੇ ਜਦੋਂ ਡੈਥ ਹੋ ਜਾਂਦੀ ਫਿਰ ਉਹਨਾਂ ਨੂੰ ਕੋਈ ਉੱਥੇ ਕੋਈ ਉਹਨਾਂ ਦੀ ਹੈਲਪ ਕਰਨ ਵਾਲਾ ਹੈ ਨਹੀਂ ਹੈ ਕੋਈ ਵੀ। ਫਿਰ ਉਹ ਅਬਰਾਏ ਸਾਹਿਬ ਨੂੰ ਉਹਨਾਂ ਦੀ ਫੈਮਿਲੀ ਅਪਰੋਚ ਕਰਦੀ ਹੈ ਕਿ ਸਾਡਾ ਲੜਕੇ ਦੀ ਡੈਥ ਹੋ ਗਈ ਹੈ ਤੇ ਤੁਸੀਂ ਉਹਨੂੰ ਕਰੋ। ਫਿਰ ਉਹ ਜਾ ਕੇ ਗੌਰਮੈਂਟ ਨਾਲ ਕਰੀਦੀ ਆ ਕਿ ਇਹਦਾ ਕੇਸ ਕੀ ਆ, ਉਹਦੀ ਰਿਪੋਰਟ 'ਚ ਕੀ ਆ,
ਤੇ ਉਹ ਜਦੋਂ ਗਵਰਨਮੈਂਟ ਸਾਨੂੰ ਪੇਪਰ ਦੇ ਦਿੰਦੀ ਆ ਫਿਰ ਇੰਡੀਅਨ ਕੌਂਸੂਲੇਟ ਦੀ ਹੈਲਪ ਲੈ ਕੇ ਬਾਕੀ ਓਬਰਾਏ ਸਾਹਿਬ ਕਰਦੇ ਨੇ ਜੀ, ਜਿੰਨਾ ਖਰਚਾ ਵੀ ਜੋ ਵੀ ਹੁੰਦਾ ਵਾ ਤੇ ਉਹ ਓਬਰਾਏ ਸਾਹਿਬ ਕਰਦੇ। ਜਿਸ ਤਰ੍ਹਾਂ ਦੱਸਿਆ ਵੀ ਲੀਗਲੀ ਅਨਲੀਗਲੀ ਇਹ ਕਿਉਂਕਿ ਉੱਥੇ ਅਨਲੀਗਲ ਵੀ ਬੰਦਾ ਹੋ ਜਾਂਦਾ, ਕਿੱਦਾਂ ਉਹ ਕੀ ਸਮੱਸਿਆ ਆਉਂਦੀ ਹੈ, ਕਿੱਦਾਂ ਰਹਿੰਦੇ ਨੇ ਲੋਕ ਉੱਥੇ? ਇਹ ਬੰਦੇ ਜੀ ਵੇਖੋ ਲੜਕੇ ਹੁਣ ਜਾਂਦੇ ਆ ਜਿੱਦਾਂ ਕਿ ਇੱਥੋਂ ਗਏ ਐਮਪਲੋਇਮੈਂਟ ਵੀਜ਼ੇ ਵਾਸਤੇ ਜੀ, ਕਿਸੇ ਬੰਦੇ ਨੂੰ ਕੁਝ ਘੱਟ ਮਿਲਦੀ ਸੈਲਰੀ ਤਾਂ ਉਹ ਆਪਣਾ ਲੀਗਲੀ ਜਾ ਕੇ ਦੂਸਰੀ ਜਗ੍ਹਾ ਤੇ ਕੰਮ ਕਰਨ ਲੱਗ ਪੈਂਦਾ ਜੀ। ਫਿਰ ਉਹ ਬੰਦੇ ਜਿਹੜੀ ਕੰਪਨੀ ਆ ਉਹਨੂੰ ਰਨਵੇ ਦਾ ਕੇਸ ਪਾ ਦਿੰਦੀ ਆਪਣਾ ਸੇਫ ਵਾਸਤੇ, ਠੀਕ ਹੈ। ਤੇ ਉਹ ਜਦੋਂ ਸੇਫ ਹੋ ਜਾਂਦਾ ਬੰਦਾ ਫਿਰ ਇਹ ਕੌਂਸੂਲੇਟ ਵੀ ਅਪਰੋਚ ਕਰਦੇ ਨੇ, ਉਦੋਂ ਫਿਰ ਉਹ ਕਹਿੰਦੇ ਕਿ ਤੁਹਾਡਾ ਐਬਸਕੌਂਡਿੰਗ ਦਾ ਪਿਆ ਹੈਗਾ ਜੀ, ਤੇ ਕੰਪਨੀ ਵੱਲੋਂ ਭੱਜਿਆ ਬੰਦਾ ਜੀ, ਤੇ ਇਸ ਕਰਕੇ ਕੰਪਨੀ ਵੀ ਹੈਲਪ ਨਹੀਂ ਕਰਦੀ, ਫਿਰ ਉਹ ਓਬਰਾਏ ਸਾਹਿਬ ਕਰਦੇ ਜੀ। ਤੇ ਇਸ ਤਰ੍ਹਾਂ ਜਿਹੜੇ ਲੋਕ ਹੈ ਫਿਰ ਉਹ ਕੀ ਹੋ ਜਾਂਦੇ, ਫਿਰ ਉਹਨਾਂ ਨੂੰ ਸਮੱਸਿਆਵਾਂ ਕਿੱਦਾਂ ਦੀਆਂ ਆਉਂਦੀਆਂ ਨੇ ਜਿਹੜੇ ਅਨਲੀਗਲੀ ਹੋ ਜਾਂਦਾ ਬੰਦਾ? ਸਮੱਸਿਆਵਾਂ ਫਿਰ ਤਾਂ ਹਰ ਵੇ ਦੇਖੋ ਮੈਡੀਕਲ ਵੀ ਉਹ ਨਹੀਂ ਲੈ ਸਕਦਾ ਜੀ, ਵੀ ਉਹਦੇ ਕੋਲ ਕਾਰਡ ਨਹੀਂ, ਇੰਸ਼ੋਰੈਂਸ ਕਾਰਡ ਨਹੀਂ ਹੈ, ਹਰ ਤਰ੍ਹਾਂ ਦਾ ਕਿਸੇ ਵੀ ਕੁਛ ਵੀ ਗਵਰਨਮੈਂਟ ਤੋਂ ਉਹਨਾਂ ਨੂੰ ਕੁਝ ਵੀ ਨਹੀਂ। ਜਿਸ ਤਰ੍ਹਾਂ ਤੁਸੀਂ ਲੀਗਲੀ ਮਦਦ ਕਰਦੇ ਆ, ਫਿਰ ਇਸ ਤਰ੍ਹਾਂ ਦੇ ਕੋਈ ਮੈਡੀਕਲ ਕੈਂਪ ਲਗਾ ਕੇ ਵੀ ਜਾਂ ਹੋਰ ਵੀ ਕੈਂਪ ਵੀ ਲਗਾਉਣੇ ਆ ਉੱਥੇ ਅਵੇਅਰਨੈਸ ਜਾਂ ਇੱਦਾਂ ਦੇ ਕੁਝ? ਨਹੀਂ, ਜਿਹੜਾ ਅਪਰੋਚ ਕਰਦਾ ਹੁਣ ਕੋਈ ਇੰਜਰੀ ਹੋ ਜਾਂਦੀ ਆ, ਸਾਡੇ ਕੋਲ 3 ਕੇਸ ਹੋਏ ਸੀਗੇ ਇੰਜਰੀ, ਉਹਦੇ ਮੀਨਸ ਰੀੜ੍ਹ ਦੀ ਹੱਡੀ ਤੱਕ ਟੁੱਟ ਗਈ ਮਗਰ ਚੱਲ ਨਹੀਂ ਸੀਗਾ ਸਕਦਾ, ਤੇ ਉਹ ਹਸਪੀਟਲ ਐਡਮਿਟ ਸੀਗਾ। ਫਿਰ ਓਬਰਾਏ ਸਾਹਿਬ ਨਾਲ ਉਹਨਾਂ ਨੇ ਹੈਲਪ ਵਾਸਤੇ ਅਪਰੋਚ ਕੀਤਾ ਤੇ ਉਹ ਹਸਪੀਟਲ ਜਾ ਕੇ ਅਸੀਂ ਜੋ ਵੀ ਉਹਦਾ ਪੇਪਰ ਵਰਕ ਸੀਗਾ ਉੱਥੋਂ ਲੈ ਕੇ ਤੇ 에ਅਰਲਾਈਨ ਨਾਲ ਕੰਟੈਕਟ ਕਰਕੇ ਫਿਰ ਉਹਨੂੰ ਸਟਰਕਚਰ ਅੰਦਰ ਲਗਵਾ ਕੇ ਸਪੈਸ਼ਲ ਤੇ ਉਹਨਾਂ ਨੂੰ ਇੱਥੇ ਅਸੀਂ ਟ੍ਰਾਂਸਫਰ ਕੀਤਾ ਵਾ ਇੰਡੀਆ। ਇਹ ਜਿਹੜੀ ਤੁਸੀਂ ਮਦਦ ਹੈ ਜਿਸ ਤਰ੍ਹਾਂ ਕਰਦੇ ਆ, ਇਹ ਸਿਰਫ ਆਪਣੀ ਕਮਿਊਨਿਟੀ ਨੂੰ ਜਾਂ ਸਿੱਖ ਕਮਿਊਨਿਟੀ ਜਾਂ ਪੰਜਾਬ ਜਾਂ ਇੰਡੀਅਨ ਨੂੰ ਕਰਦੇ ਆ ਜਾਂ ਹੋਰ ਵੱਖ-ਵੱਖ ਕੋਈ ਵੀ ਤੁਹਾਡੇ ਕੋਲ ਆ ਜਾਂਦਾ ਉਹਨੂੰ ਕਰਦੇ ਨੇ? ਨਹੀਂ ਸਰ, ਉਹ ਸਾਰਿਆਂ ਦੀ ਕਰਦੇ ਆ ਜੀ। ਓਬਰਾਏ ਸਾਹਿਬ ਦਾ ਇਹੀ ਆ ਕਿ ਕੋਈ ਵੀ ਕੰਟਰੀ ਦਾ ਹੋਵੇ, ਕੋਈ ਵੀ ਰਿਲੀਜਨ ਆ, ਇਹ ਨਹੀਂ ਆ ਕਿ ਸਿੱਖ ਵਾਸਤੇ ਆ ਜਾਂ ਕਿਸੇ ਵਾਸਤੇ, ਸਾਡੀ ਸਿੱਖ ਕਮਿਊਨਿਟੀ ਵਾਸਤੇ ਆ। ਉਹਨਾਂ ਕੋਲ ਬੰਗਾਲੀ ਵੀ ਆਉਂਦਾ ਵਾ, ਨਾਈਜੀਰੀਆ ਆਉਂਦਾ, ਸੁਡਾਨੀ ਵੀ ਆਉਂਦੇ ਆ, ਕੋਈ ਦੂਸਰੀਆਂ ਬਾਹਰ ਦੀਆਂ ਕੰਪਨੀਆਂ, ਫਿਲੀਪੀਨੀ ਵੀ ਆਉਂਦੇ ਆ ਜੀ, ਤੇ ਉਹ ਹੈਲਪ ਕਰਦੇ ਆ ਸਾਰੇ ਬੰਦਿਆਂ ਦੀ। ਤੇ ਜਿਸ ਤੋਂ ਇਲਾਵਾ ਜਿਸ ਤਰ੍ਹਾਂ ਤੁਸੀਂ ਆਪਣੇ ਦੁਖੀ ਕੋਈ ਬੰਦਾ ਆ ਜਾਂਦਾ ਤੁਹਾਡੇ ਕੋਲ ਹੈਲਪ ਕਰਦੇ, ਹੁਣ ਤੁਸੀਂ ਦੁਬਈ ਦੇ ਵਿੱਚ ਰਹਿੰਦੇ ਆ, ਉੱਥੇ ਵੀ ਕਮਿਊਨਿਟੀ ਕੀ ਉਹ ਉੱਥੇ ਦੇ ਲੋਕਾਂ ਵਾਸਤੇ ਜਾਂ ਉਸ ਦੇਸ਼ ਵਾਸਤੇ ਵੀ ਆਪਣਾ ਕੋਈ ਪ੍ਰੋਜੈਕਟ ਹੈ, ਉਹਨਾਂ ਲਈ ਵੀ ਕੁਝ ਕਰਦੇ, ਉੱਥੇ ਵੀ ਦੇਸ਼ 'ਚ ਵੀ ਕੀਤਾ ਜਾ ਰਿਹਾ ਜੀ ਕੁਝ? ਨਹੀਂ, ਦੇਸ਼ ਵਾਸਤੇ ਤੇ ਉੱਥੇ ਦੇ ਕਿਸੇ ਨੂੰ ਹੈਲਪ ਦੀ ਇੰਨੀ ਕੋਈ ਜ਼ਰੂਰਤ ਨਹੀਂ ਪੈਂਦੀ, ਬਟ ਇੱਥੇ ਦਾ ਵਾਸਤੇ ਤਾਂ ਜਿਹੜਾ ਬੰਦਾ ਜ਼ਰੂਰਤਮੰਦ ਹੈ, ਜਿੱਦਾਂ ਸੁਡਾਨ ਦੇ ਵੀ ਉਹਨਾਂ ਕੋਲ ਆਉਂਦੇ ਆ, ਜਿਹੜੇ ਜ਼ਰੂਰਤਮੰਦ ਹੈ ਉਹਨਾਂ ਨੂੰ ਜ਼ਰੂਰਤ ਪੂਰੀ ਕਰਦੇ ਆ ਜੀ। ਤੇ ਜਿਸ ਤਰ੍ਹਾਂ ਤੁਸੀਂ ਦੇਖ ਲਈਏ, ਇਹ ਉੱਥੇ ਜਿਹੜੇ ਲੋਕ ਹੈਗੇ ਸਮੱਸਿਆ 'ਚ ਆ ਜਾਂਦੇ ਆ, ਉਹਨਾਂ ਦੀ ਮਦਦ ਕਰਦੇ ਆ ਹਰ ਤਰ੍ਹਾਂ ਦੀ, ਲੈ ਕੇ ਚਾਹੇ ਉੱਥੇ ਜਾਣ ਤੋਂ ਲੈ ਕੇ ਉੱਥੇ ਇੱਥੇ ਤੱਕ ਵੀ ਡੈੱਡ ਬੋਡੀ ਤੱਕ ਵੀ ਤੁਸੀਂ ਜਿਹੜੀ ਭੇਜਦੇ ਆ, ਗੱਲ ਦੱਸਦੇ ਆ। ਉਸ ਤੋਂ ਬਾਅਦ ਦੇਖਿਆ ਗਿਆ ਵੀ ਜਿਹੜਾ ਹੁਣ ਇਸ ਦੇਸ਼ ਦੇ ਵਿੱਚ ਵੀ ਜੇ ਆਪਾਂ ਇੱਧਰਲੀ ਗੱਲ ਕਰੀਏ, ਇੱਥੇ ਵੀ ਤੁਹਾਡੇ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਚੱਲਦੇ ਆ, ਉਹਦੇ ਵਿੱਚ ਜੇ ਆਪਾਂ ਖਾਸ ਕਰਕੇ ਜੇ ਗੱਲ ਕਰ ਲਈਏ ਵੀ ਇੱਧਰ ਜਿਹੜੇ ਤੁਹਾਡੇ ਆ, ਜੇ ਪੰਜਾਬ ਦੀ ਗੱਲ ਕਰ ਲਈਏ ਖਾਸ ਤੌਰ 'ਤੇ, ਇੱਥੇ ਤੁਹਾਡੇ ਕਿਹੜੇ ਪ੍ਰੋਜੈਕਟ ਚੱਲਦੇ, ਕੀ ਕਰਦੇ ਹੋ? ਇੱਥੇ ਵੀ ਹੈਲਥ ਦਾ ਕਰ ਰਹੇ ਆ ਜੀ। ਹੈਲਥ ਹਰ ਡਿਸਟ੍ਰਿਕਟ ਦੇ ਵਿੱਚ ਲੈਬ ਓਪਨ ਕਰਕੇ ਦਿੱਤੀ ਹੈ ਜੀ, ਜਿਹੜੇ ਸਸਤੇ ਰੇਟਾਂ ਤੇ ਆ ਜੀ। ਬਾਕੀ ਫਾਰਮੇਸੀਆਂ ਖੋਲ ਰਹੇ ਆ ਜੀ। ਤੇ ਹੁਣ ਰਿਸੈਂਟਲੀ ਦੇਖੋ ਆਕਸੀਜਨ ਦੀ ਪ੍ਰੋਬਲਮ ਆਈ ਸੀਗੀ ਜੀ, ਤੇ 5 ਆਪਣੇ ਦਿੱਤੇ ਨੇ ਉਹਨਾਂ ਨੇ, ਆਕਸੀਜਨ ਪਲਾਂਟ ਲਗਾ ਕੇ ਦਿੱਤੇ ਆਪਣੇ ਸੋਰਸ ਨਾਲ, ਆਪਣੀਆਂ ਜੋ ਖਰਚੇ ਤੇ ਜੀ। ਤੇ ਜਿਸ ਤਰ੍ਹਾਂ ਇਹ ਪ੍ਰੋਜੈਕਟ ਹੋਏ, ਖਾਸ ਕਰਕੇ ਜੇ ਆਪਾਂ ਗੱਲ ਕਰ ਲਈਏ, ਹੁਣ ਜਿਹੜਾ ਇੱਕ ਕਿਸਾਨ ਮਜ਼ਦੂਰਾਂ ਵੱਲੋਂ ਸੰਘਰਸ਼ ਲੜਿਆ ਗਿਆ, ਤੇ ਉਹਦੇ ਵਿੱਚ ਵੀ ਤੁਹਾਡੀ ਬਹੁਤ ਵੱਡੀ ਜਿਹੜੀ ਮਦਦ ਦੇਖਣ ਨੂੰ ਸਾਹਮਣੇ ਆਈ ਹੈ, ਉਹਦੇ ਵਿੱਚ ਕੀ ਔਰ ਕਿਸ ਤਰ੍ਹਾਂ ਤੁਸੀਂ ਕੀਤਾ ਜੀ? ਉਹਦੇ ਵਿੱਚ ਪਹਿਲਾਂ ਆਪਾਂ ਉਹਨਾਂ ਨੂੰ ਪੁੱਛਿਆ ਸੀਗਾ ਕਿ ਤੁਹਾਡੀ ਰਿਕੁਆਇਰਮੈਂਟ ਕੀ ਆ, ਉਹ ਓਬਰਾਏ ਸਾਹਿਬ ਨੇ ਟੀਮ ਭੇਜੀ ਸੀਗੀ ਕਿ ਤੁਹਾਡੀ ਰਿਕੁਆਇਰਮੈਂਟ ਕੀ, ਉਸ ਬੇਸ ਤੇ ਤੁਹਾਨੂੰ ਜੋ ਵੀ ਦਿੱਤਾ ਜਾਣਾ। ਫਿਰ ਉਹਨਾਂ ਨੇ ਜੋ ਉਹਨਾਂ ਨੇ ਰਿਕੁਆਇਰਮੈਂਟ ਸੀਗੀ ਮੈਡੀਕਲ ਦੀ ਸੀਗੀ, ਮੈਡੀਕਲ ਕੈਂਪ 1.5 ਸਾਲ ਹੋ ਗਿਆ, ਜਦੋਂ ਦਾ ਸਾਲ ਹੋ ਗਿਆ ਜੀ, ਉਹ ਸਾਲ ਤੋਂ ਉੱਥੇ ਲੱਗਿਆ, ਹੁਣ ਤੱਕ ਉੱਥੇ ਚੱਲ ਰਿਹਾ ਜੀ। ਬਾਕੀ ਜਿਹਨਾਂ ਫੂਡ ਦੀ ਸੀਗੀ, ਰਹਿਣ ਬਸੇਰਾ ਬਣਾ ਕੇ ਦਿੱਤਾ, ਉਹ ਵੀ ਇਹਨਾਂ ਨੇ ਬਣਾ ਕੇ ਦਿੱਤਾ ਸੰਸਥਾ ਵੱਲੋਂ ਜੀ। ਤੇ ਤੁਸੀਂ ਉਧਰ ਦੁਖੀਆਂ ਦੀ ਕੀਤੀ, ਇੱਥੇ ਤੱਕ ਕਿ ਕਿਸਾਨ ਸੰਘਰਸ਼ ਵੀ ਰੋਲ ਨਿਭਾਇਆ, ਤੇ ਇੱਕ ਓਬਰਾਏ ਸਾਹਿਬ ਇੱਕ ਇਨਸਾਨ ਹੋਣ ਕਰਕੇ, ਇੱਕ ਚਲੋ ਤੁਹਾਡੇ ਵਰਗੇ ਸੱਜਣ ਉਹਨਾਂ ਨਾਲ ਜੁੜ ਗਏ ਆ, ਜਿਹੜੇ ਚੰਗੇ ਸੋਚ ਵੀ ਰੱਖਦੇ ਆ, ਆਪਣੇ ਕਿਰਤ ਕਰਨੇ ਦੇ ਨਾਲ ਸੇਵਾ ਭਾਵਨਾ ਵੀ ਰੱਖਦੇ ਆ। ਤੇ ਜੇ ਆਪਾਂ ਦੇਖੀਏ, ਇੱਕ ਜਦ ਇਨਸਾਨ ਇੰਨਾ ਕਰ ਸਕਦਾ, ਤਾਂ ਜਿੱਦਾਂ ਹੁਣ ਜਦ ਕਿ ਸਾਡੇ ਦੇਸ਼ ਦੀਆਂ ਸਾਡੀਆਂ ਹੀ ਸਰਕਾਰਾਂ ਕਰਕੇ ਸਾਨੂੰ ਸਮੱਸਿਆ ਆ ਜਾਂਦੀ, ਤੇ ਇਹ ਕਿਉਂ ਲੱਗਦਾ ਤੁਹਾਨੂੰ ਵੀ ਇੱਕ ਆਮ ਬੰਦਾ, ਇੱਕ ਨਿਸ਼ਚਾ ਨਾਲ ਲੱਗਦਾ ਤਾਂ ਉਹ ਬਹੁਤ ਸਾਰੇ ਲੋਕਾਂ ਦੀ ਹੈਲਪ ਕਰ ਸਕਦਾ, ਪਰ ਸਰਕਾਰ ਅਜਿਹਾ ਕਿਉਂ ਨਹੀਂ ਕਰ ਪਾਉਂਦੀਆਂ? ਦੇਖੋ ਜੀ, ਇਹ ਕਹਿਣਾ ਤਾਂ ਬਹੁਤ ਮੁਸ਼ਕਿਲ ਹੈ। ਨਹੀਂ, ਸਰਕਾਰਾਂ ਬਾਰੇ ਕਹਿਣਾ ਤਾਂ ਬਹੁਤ ਮੁਸ਼ਕਿਲ ਹੈ, ਬਟ ਜੋ ਸਾਡੀ ਸੰਸਥਾ ਕਰ ਰਹੀ ਹੈ, ਜੋ ਕਰ ਸਕਦੇ ਆ, ਜੋ ਓਬਰਾਏ ਸਾਹਿਬ ਕਰ ਰਹੇ ਨੇ, ਉਹ
ਜਗ ਜ਼ਾਹਰ ਆ, ਸਾਰਿਆਂ ਨੂੰ ਪਤਾ ਜੋ ਕਰ ਰਹੇ। ਜੀ ਬਿਲਕੁਲ। ਹੁਣ ਸਾਰੇ ਬੰਦੇ ਕਹਿ ਵੀ ਰਹੇ ਆ ਤੁਸੀਂ ਕਰਨ ਵਾਸਤੇ, ਹੁਣ CM ਵਾਸਤੇ ਵੀ ਉਹਨਾਂ ਨੂੰ ਕੀਤਾ ਸੀਗਾ ਰਿਕੁਐਸਟ, ਬਟ ਉਹਨਾਂ ਨੇ ਨਹੀਂ ਇਹ ਕਰਕੇ ਵੀ ਜੇ ਮੈਂ ਵੀ ਉਹੀ ਗੱਲ ਕਹਿਣਾ ਵੀ ਠੀਕ ਹੈ, ਤੁਸੀਂ ਪੋਲੀਟੀਕਲ ਲਾਹਾ ਵੀ ਨਹੀਂ ਕੋਈ ਲੈਣਾ। ਅੱਜ ਤੱਕ ਤੁਹਾਨੂੰ ਇੰਨੇ ਸਾਲ ਹੋ ਗਏ ਕੋਈ ਦਾਨ ਵੀ ਕਿਸੇ ਤੋਂ ਨਹੀਂ ਲਿਆ, ਨਾ ਹੀ ਕੋਈ ਪੋਲੀਟੀਕਲ ਲਾਹਾ। ਜਦ ਇੱਕ ਆਮ ਬੰਦਾ ਜੇ ਆਪਾਂ ਕਹਿ ਲਈਏ, ਚਾਹੇ ਉਹ ਤੇ ਗੁਰੂ ਸਾਹਿਬ ਦੀ ਚਲੋ ਕਿਰਪਾ ਮੰਨ ਲੈਂਦੇ ਆ, ਹੈ ਨਾ, ਕਿਰਪਾ ਦ੍ਰਿਸ਼ਟੀ ਹੈਗੀ, ਜਦ ਉਹ ਕਰ ਸਕਦਾ ਤਾਂ ਸਰਕਾਰਾਂ 'ਚ ਇੰਨੇ ਵੱਡੇ ਹੁੰਦੇ, ਇੰਨਾ ਸਿਸਟਮ ਹੁੰਦਾ, ਉਹ ਕਿਉਂ ਨਹੀਂ ਕਰ ਪਾਉਂਦੀਆਂ? ਮੇਰਾ ਸਵਾਲ ਤਾਂ ਇਹ ਹੈ ਵੀ ਉਹ ਕਿਉਂ ਨਹੀਂ ਕਰ ਪਾਉਂਦੀਆਂ? ਉਹੀ ਮੈਂ ਤੁਹਾਨੂੰ ਕਹਿ ਰਿਹਾ, ਉਸ ਬਾਰੇ ਮੈਂ ਨਹੀਂ ਇਹ ਕਰ ਸਕਦਾ। ਨਹੀਂ ਤੁਸੀਂ ਮੈਂ ਇੱਕ ਚਾਹੁੰਦਾ ਵੀ ਤੁਸੀਂ ਦੁਬਈ 'ਚ ਵੀ ਰਹਿੰਦੇ, ਤੁਸੀਂ ਦੁਬਈ ਦੀ ਸਰਕਾਰ ਦਾ ਸਿਸਟਮ ਵੀ ਦੇਖੀ ਤਾਂ ਦੁਬਈ ਦੇ ਹਿਸਾਬ ਦੇ ਨਾਲ ਜਿਹੜੀ ਸਾਡੇ ਦੇਸ਼ ਦੀ ਸਰਕਾਰ ਹੈ ਜਾਂ ਦਿੱਲੀ ਸਰਕਾਰ ਹੈ, ਤਾਂ ਉਹਦੇ ਮੁਕਾਬਲੇ ਤਾਂ ਦੁਬਈ ਕੁਛ ਨਹੀਂ। ਜਦ ਕਿ ਅਸੀਂ ਲੋਕਾਂ ਨੇ ਹੀ ਉੱਥੇ ਜਾ ਕੇ ਮਿਹਨਤ ਕਰਕੇ ਕਹਿ ਲਓ ਸਵਰਗ ਬਣਾਤਾ ਦੁਬਈ ਨੂੰ। ਤਾਂ ਅਸੀਂ ਠੀਕ ਹੈ, ਤੁਹਾਡੇ ਵਰਗੇ ਲੋਕ ਹੁਣ ਜੇ ਜਿੰਨਾ ਕੁ ਵੀ ਪਿੰਡਾਂ 'ਚ ਜੇ ਵਿਕਾਸ ਹੋਇਆ, ਪਿੰਡਾਂ 'ਚ ਹੋਇਆ ਤਾਂ ਤੁਹਾਡੇ NRIਆਂ ਦੇ ਸਿਰ 'ਤੇ ਹੋਇਆ, ਔਰ ਬਹੁਤ ਸਾਰੇ ਦੁਖੀਆਂ ਦੇ ਦੁੱਖ ਤੁਸੀਂ ਬਾਹਰ ਵੀ ਵਡਾਉਂਦੇ ਹੋ। ਇੱਥੇ ਵੀ ਜਿਹੜੀ ਪਰ ਕੀ ਡਿਫਰੈਂਟ ਕੀ ਲੱਗਦਾ ਦੁਬਈ ਸਰਕਾਰ ਤੇ ਸਾਡੀ ਦੇਸ਼ ਦੀ ਸਰਕਾਰਾਂ ਦੇ ਵਿੱਚ, ਜਾਂ ਲੀਡਰਾਂ ਦੀ ਗੱਲ ਕਰ ਲਈਏ? ਦੁਬਈ ਸਰਕਾਰ ਤਾਂ ਬਹੁਤ ਹੈਲਪਫੁਲ। ਬਾਕੀ ਅਸੀਂ ਜੇ ਸੈਂਟਰ ਗਵਰਨਮੈਂਟ ਦੀ ਵੀ ਕਰੀਏ ਤਾਂ ਅਸਾਂ ਜੇ ਆਪਾਂ ਕੌਂਸਲੇਟ ਤੋਂ ਹੈਲਪ ਲੈਂਦੇ ਆ ਤਾਂ ਸੈਂਟਰ ਗਵਰਨਮੈਂਟ ਦੀ ਹੀ ਸਰਕਾਰ ਤੋਂ ਲੈਂਦੇ ਆ। ਤਾਂ ਉਸ ਅਸੀਂ ਉਹ ਸੈਂਟਰ ਗਵਰਨਮੈਂਟ ਦੀ ਵੀ ਹੈਲਪ ਆ। ਜਿੱਦਾਂ ਅਸੀਂ ਕੋਈ ਕੇਸ ਕਰਦੇ ਆ, ਉਹ ਜੇਲ੍ਹ ਦਾ ਕੋਈ ਵੀ ਆ, ਸਾਨੂੰ ਸੈਂਟਰ ਗਵਰਨਮੈਂਟ ਤੋਂ ਆਪਾਂ ਵਿਦੇਸ਼ ਮੰਤਰਾਲੇ ਤੋਂ ਲੈਣਾ ਪੈਂਦਾ ਸਾਨੂੰ ਹੈਲਪ ਜੀ। ਤੇ ਤੁਸੀਂ ਹੈਲਪ ਉਹਨਾਂ ਤੋਂ ਲੈਣੇ ਕੋ, ਉਹ ਤੁਸੀਂ ਉਹਨਾਂ ਦੀ ਹੈਲਪ ਕਰਦੇ ਹੋ? ਨਹੀਂ, ਸਾਨੂੰ ਅਪਰੋਚ ਕਰ, ਸਾਨੂੰ ਵੀ ਕੇਸ ਦਿੰਦੇ ਆ ਜੀ, ਆ ਸਾਡਾ ਕੇਸ ਹੈਗਾ ਅਬਰਾਏ ਸਾਹਿਬ ਨੂੰ, ਤੇ ਅਬਰਾਏ ਸਾਹਿਬ ਨੂੰ ਦਿੰਦੇ ਆ, ਫਿਰ ਅਬਰਾਏ ਸਾਹਿਬ ਕਰਦੇ ਆ ਜੀ, ਹੈਲਪ ਕਰਦੇ ਆ। ਤੇ ਜੇ ਹੁਣ ਆਪਾਂ ਲੈ ਲਈਏ ਵੀ ਸਾਰਾ ਇਹ ਤੁਹਾਡੀ ਹੈਲਪ ਤੋਂ ਬਾਅਦ ਲੋਕਾਂ ਨੂੰ ਬਹੁਤ ਫਾਇਦਾ ਵੀ ਹੋਇਆ ਸਾਰਾ, ਜਾਂ ਹੁਣ ਸੰਘਰਸ਼ ਵੀ ਜਿੱਦਾਂ ਹੁਣ ਤੁਹਾਡੀ ਮਦਦ ਦੇ ਨਾਲ ਕਿਸਾਨ ਮਜ਼ਦੂਰ ਜਿੱਤ ਗਏ, ਇਹ ਕਿੱਦਾਂ ਦੇਖਦੇ ਆ ਜੀ? ਬਹੁਤ ਵੱਡੀ ਜਿੱਤ ਆ ਜੀ, ਬਹੁਤ ਵੱਡੀ ਜਿੱਤ ਆ ਕਿਸਾਨਾਂ ਦੀ। ਬਾਕੀ ਜਿਹੜਾ ਵਾ ਅਬਰਾਏ ਸਾਹਿਬ ਨੇ ਤਾਂ ਸਟਾਰਟਿੰਗ ਤੋਂ ਲੈ ਕੇ ਜਦੋਂ ਦਾ ਸੰਘਰਸ਼ ਸਟਾਰਟ ਹੋਇਆ ਸੀਗਾ ਉਸ ਦਿਨ ਤੋਂ ਲੈ ਕੇ ਹੁਣ ਤੱਕ ਵੀ ਕੰਟੀਨਿਊ ਚੱਲ ਰਿਹਾ ਜੀ। ਤੇ ਉਹ ਤੋਂ ਇਲਾਵਾ ਹੋਰ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਇੱਥੇ ਹੋਰ ਨਵੇਂ ਪ੍ਰੋਜੈਕਟ ਤੁਸੀਂ ਕਿਹੜੇ ਚਲਾਉਣ ਜਾ ਰਹੇ ਹੋ, ਜਾਂ ਲੋਕਾਂ ਨੂੰ ਲੋੜ ਹੈਗੀ ਆ ਕੋਈ ਅਖੀਰ ਦੇ ਵਿੱਚ ਅਸੀਂ ਚਾਹੁੰਦੇ ਵੀ ਕੋਈ ਮੈਸੇਜ ਦੇਣਾ ਚਾਹੁੰਦੇ, ਚਾਹੇ ਜਿਹੜੇ ਬਾਹਰ ਹੈਗੇ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਬਾਹਰ ਵਾਲਿਆਂ ਨੂੰ ਇਹ ਕਰਨਾ ਵੀ ਜੋ ਦੇਖੋ ਆਪਣਾ ਕੰਮ ਕਰਨ ਜਾਂਦੇ ਆ, ਕੰਮ ਕਰਨ। ਕੁਛ ਬੱਚੇ ਜਿਹੜੇ ਆ ਉਹ ਪੈਸੇ ਦੇ ਥੋੜਾ ਲਾਲਚ ਵਿੱਚ ਆ ਕੇ ਦੂਸਰੇ ਗਲਤ ਕੰਮ ਕਰਨਾ ਸਟਾਰਟ ਕਰਦੇ ਆ। ਅਸੀਂ ਤਾਂ ਉਹ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਕੰਮ ਨਾ ਕਰੋ, ਜਿਹੜਾ ਬਾਅਦ ਦੇ ਵਿੱਚ ਸਾਨੂੰ ਉਹਨਾਂ ਦੀ ਹੈਲਪ ਕਰਨ ਵਾਸਤੇ ਵੀ ਸਾਨੂੰ ਬਾਅਦ ਵਿੱਚ ਲਾਸਟ ਤੇ ਅਬਰਾਏ ਸਾਹਿਬ ਕੋਈ ਆਉਣਾ ਤੇ ਅਸੀਂ ਕਹਿੰਦੇ ਵੀ ਉਹ ਕੰਮ ਨਾ ਕਰੋ। ਪਹਿਲਾਂ ਸੋਚ ਕੇ, ਪਹਿਲਾਂ ਅਸੀਂ ਜਾਂਦੇ ਸੀਗੇ ਕੈਂਪਾਂ 'ਚ ਵੀ ਜਾ ਕੇ ਸਾਰਿਆਂ ਨੂੰ ਗਾਈਡਨੈਸ ਕਰੀਦਾ ਸੀਗਾ ਵੀ ਆਹ ਗਲਤ ਆ, ਆਹ ਸਹੀ ਆ। ਤੇ ਕੁਛ ਬੰਦੇ ਜਿਹੜੇ ਆ ਉਹ ਮੰਨ ਜਾਂਦੇ ਆ ਉੱਥੇ ਤੇ ਕੁਛ ਬੰਦੇ ਜਿਹੜੇ ਨਹੀਂ ਮੰਨਣ ਵਾਲੇ ਉਹ ਕਹਿੰਦੇ ਕਿ ਸਾਨੂੰ ਪਤਾ ਜੀ ਅਸੀਂ ਕੀ ਕਰਨਾ। ਤੇ ਉਹ ਫਿਰ ਅਬਰਾਏ ਸਾਹਿਬ ਨੇ ਪਹਿਲਾਂ ਸਾਨੂੰ ਭੇਜਦੇ ਸੀਗੇ, ਹਰ ਕੈਂਪ ਦੇ ਵਿੱਚ ਜਾਈਦਾ ਸੀਗਾ, ਉਹਨਾਂ ਨੂੰ ਗਾਈਡ ਕਰੀਦਾ ਸੀਗਾ। ਤੇ ਜੇ ਹੁਣ ਆਪਾਂ ਲਾਸਟ ਦੇ ਵਿੱਚ ਗੱਲ ਕਰ ਲਈਏ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇਹ ਸਮੱਸਿਆਵਾਂ ਆਉਂਦੀਆਂ, ਸਰਬੱਤ ਦਾ ਭਲਾ ਇਹ ਕਰ ਪਾਉਂਦਾ, ਤਾਂ ਜੇ ਆਪਾਂ ਹੁਣ ਅਖੀਰ ਦੇ ਵਿੱਚ ਗੱਲ ਕਰੀਏ ਵੀ ਜਿਹੜੀ ਇਹ ਸਰਬੱਤ ਦਾ ਭਲਾ ਇੰਨਾ ਕੁਛ ਕਰ ਪਾ ਰਿਹਾ, ਤਾਂ ਇਹ ਤੁਹਾਨੂੰ ਕਿੱਦਾਂ ਸੰਭਵ ਹੈਗਾ ਜੀ? ਦੇਖੋ ਜੀ, ਅਬਰਾਏ ਸਾਹਿਬ ਜਿੰਨਾ ਚਿਰ ਉਹਨਾਂ ਨੇ ਗੁਰੂ ਮਹਾਰਾਜ ਦੀ ਕਿਰਪਾ ਜੀ, ਬਾਕੀ ਸੰਭਵ ਆ, ਹਰ ਚੀਜ਼ ਸੰਭਵ ਜੋ ਕਰਦੇ ਆ ਉਹ ਦਿਲੋਂ ਕਰਦੇ ਆ, ਗੁਰੂ ਮਹਾਰਾਜ ਦੀ ਕਿਰਪਾ ਉਹਨਾਂ ਤੇ। ਤੇ ਜੇ ਉਹ ਕਰਦੇ ਆ ਉਹਨਾਂ ਤੋਂ ਦੁੱਗਣਾ 10 ਗੁਣਾ ਉਹਨਾਂ ਨੂੰ ਗੁਰੂ ਮਹਾਰਾਜ ਦੀ ਕਿਰਪਾ, ਸੱਚੇ ਪਾਤਸ਼ਾਹ ਦਾ ਬਹੁਤ ਹੱਥ ਹੈ ਜੀ। ਇਹ ਸਨ ਸਾਡੇ ਨਾਲ ਭਾਈ ਬਲਦੀਪ ਸਿੰਘ ਜੀ। ਜਿਸ ਤਰ੍ਹਾਂ ਅਸੀਂ ਸ਼ੁਰੂ ਦੇ ਵਿੱਚ ਹੀ ਕਿਹਾ ਸੀਗਾ ਵੀ ਜਿਸ ਇਨਸਾਨ ਤੇ ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ ਹੈ ਉਹ ਕੱਖੋਂ ਲੱਖ ਬਣ ਜਾਂਦਾ ਹੈ, ਤੇ ਲੱਖਾਂ ਲੋਕਾਂ ਦੇ ਉੱਤੇ ਜਿਹੜੀ ਆ ਉਹ ਆਪਣੀ ਕਿਰਪਾ ਦ੍ਰਿਸ਼ਟੀ ਜਿਹਦੇ ਤੇ ਹੋ ਜਾਂਦੀ ਹੈ, ਉਹ ਵੀ ਅੱਗੇ ਜਿਹੜੇ ਆ ਸੇਵਾ ਭਾਵਨਾ ਦੇ ਨਾਲ, ਚਾਹੇ ਤਾਂ ਸੱਚੀ ਨੀਅਤ ਦੇ ਨਾਲ, ਚਾਹੇ ਤਾਂ ਸਭ ਕੁਝ ਕਰ ਸਕਦਾ ਹੈ, ਦੁਖੀਆਂ ਦੇ ਦੁੱਖ ਵੰਡਾ ਸਕਦਾ ਹੈ। ਤੇ ਇਸੇ ਤਰ੍ਹਾਂ ਦੇ ਨੇ ਭਾਈ ਬਲਦੀਪ ਸਿੰਘ, ਜਿਹੜੇ ਕਿ ਅਬਰਾਏ ਸਾਹਿਬ ਵਰਗੀ ਮਹਾਨ ਸ਼ਖਸੀਅਤ ਨਾਲ ਜੁੜ ਕੇ ਸਰਬੱਤ ਦਾ ਭਲਾ ਵਰਗੀ ਜਿਹੜੀ ਸੰਸਥਾ, ਜਿਹੜੀ ਕਿ ਅੱਬਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਇੱਕ ਨੂਰ ਸੇ ਸਭ ਜਗ ਉਪਜਾ ਕੌਲ ਭਲੇ ਕੋ ਮੰਦੇ, ਜਿਹੇ ਮਹਾਵਾਕ ਦੇ ਉੱਤੇ ਚੱਲ ਕੇ ਸਭ ਲਈ ਇੱਕ ਬਰਾਬਰ ਜਿਹੜੇ ਆ ਉਹ ਸੋਚਦੇ ਨੇ, ਦੁਖੀਆਂ ਦੇ ਜਿਹੜੇ ਦੁੱਖ ਬਣਾਉਂਦੇ ਨੇ, ਚਾਹੇ ਰੋਜੀ ਰੋਟੀ ਲਈ ਵਿਦੇਸ਼ ਦੇ ਵਿੱਚ ਵਸਦੇ ਨੇ, ਉੱਥੇ ਵੀ ਜਿਹੜੀ ਸੇਵਾ ਭਾਵਨਾ ਦੇ ਨਾਲ
ਕੰਮ ਕਰਦੇ ਪਏ ਨੇ, ਕੰਮ ਮਹਾਨ ਨੇ, ਸੰਸਥਾ ਦੇ ਕੰਮ ਮਹਾਨ ਨੇ ਤੇ ਓਬਰਾਏ ਸਾਹਿਬ ਵਰਗੇ ਮਹਾਨ ਲੋਕਾਂ ਨਾਲ ਜੁੜ ਕੇ ਇਹਨਾਂ ਲੋਕਾਂ ਦੀ ਵੀ ਮਹਾਨਤਾ ਪਤਾ ਲੱਗਦੀ ਹੈ ਵੀ ਬੇਸ਼ੱਕ ਆਪਣੀ ਮਹਾਨਤਾ ਵੀ ਛਪਾਉਂਦੇ ਨੇ, ਇੰਨੇ ਮਹਾਨ ਲੋਕ ਨੇ। ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਦੇਖਦੇ ਰਹੋ ਨਿਰਭੈ ਟੀਵੀ। ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਕੈਮਰਾਮੈਨ ਅਮਰਤਪਾਲ ਸਿੰਘ ਪਾਲੀ ਦੇ ਨਾਲ ਹਰਦੀਪ ਸਿੰਘ ਗੋਹਨ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਜੀ।